ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ 21ਵੀਂ ਪੌੜੀ। ਸਭ ਗੁਣ ਤੇਰੇ ਮੈਂ ਨਾਹੀਂ ਕੋਈ। ਗੁਰੂ ਪਿਆਰੋ, ਜਦ ਕਦੇ ਮੈਨੂੰ ਲੱਗਦਾ ਕਿ ਮੇਰੇ ਕਿਸੇ ਗੁਣ ਕਰਕੇ ਕੋਈ ਕੰਮ ਸਵਰਦਾ ਪਿਆ ਤਾਂ ਅਗਲੇ ਹੀ ਪਲ ਉਹ ਕਾਰਜ ਮੱਠਾ ਪੈ ਜਾਂਦਾ, ਕਿਉਂਕਿ ਮੇਰਾ ਲਿੰਕ ਨਿਰੰਕਾਰ ਨਾਲ ਟੁੱਟ ਕੇ ਹੰਕਾਰ ਨਾਲ ਜੁੜ ਜਾਂਦਾ ਹੈ ਅਤੇ ਹੰਕਾਰ ਕੰਮ ਸਵਾਰਦਾ ਨਹੀਂ ਬਲਕਿ ਵਿਗਾੜਦਾ ਹੈ। ਪਰ ਜਦ ਫਿਰ ਥੋੜੀ ਜੀ ਹੋਸ਼ ਆਉਂਦੀ ਹੈ ਤਾਂ ਕੋਸਦਾ ਹਾਂ ਕਿ ਕਿਉਂ ਕਿਸੇ ਗੁਣ ਦਾ ਮਾਣ ਕੀਤਾ, ਜਦਕਿ ਸਾਰੇ ਹੀ ਗੁਣ ਅਕਾਲ ਪੁਰਖ ਦੇ ਹਨ। ਉਸ ਇੱਕ ਦੇ ਨਾਲ ਜੁੜਿਆ ਹੀ ਹੇ ਮੇਰੇ ਮਨਾ ਆਨੰਦ ਬਜਦਾ ਹੈ। ਉਸ ਦੇ ਹੁਕਮ ਵਿੱਚ ਚੱਲਿਆ ਹੀ ਸਾਰੇ ਕੰਮ ਸਵਰਦੇ ਹਨ। ਅਤੇ ਗੁਰੂ ਸਾਹਿਬ ਅੱਜ ਦੀ ਵਿਚਾਰ ਅੰਦਰ, ਭਾਵ ਅੱਜ ਦੀ 21ਵੀਂ ਪੌੜੀ ਦੇ ਅੰਦਰ ਇਹ ਵਿਚਾਰ ਦੇ ਰਹੇ ਹਨ। ਇਸ ਵਿਚਾਰ ਤੋਂ ਇਲਾਵਾ ਬ੍ਰਹਮੰਡ ਦੇ ਹੋਰ ਵੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਗੁਰੂ ਸਾਹਿਬ ਇਸ ਪੌੜੀ ਅੰਦਰ ਦੇ ਰਹੇ ਹਨ। ਤਾਂ ਆਓ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਪੌੜੀ ਨੂੰ ਸਮਝਦੇ ਹਾਂ। ਤਾਂ ਸ਼ੁਰੂਆਤੀ ਬੰਦ ਅੰਦਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਅਕਸਰ ਹੀ ਦੇਖਦੇ ਹਾਂ ਜਦ ਅਸੀਂ ਕਿਸੇ ਧਾਰਮਿਕ ਸਥਾਨ ਤੇ ਤੀਰਥ ਆਦਿ ਤੇ ਜਾਂਦੇ ਹਾਂ ਤਾਂ ਆ ਕੇ ਗਵਾਂਢੀਆਂ ਨੂੰ ਵੀ ਦੱਸਦੇ ਹਾਂ ਕਿ ਅਸੀਂ ਦਰਸ਼ਨ ਕਰਕੇ ਆਏ ਹਾਂ, ਤਾਂ ਅੱਗੋਂ ਜਵਾਬ ਆਉਂਦਾ ਹੈ ਕਿ ਬੜੇ ਭਾਗਾਂ ਵਾਲੇ ਹੋ। ਤਾਂ ਗੁਰੂ ਪਿਆਰੋ, ਤੀਰਥ ਤੇ ਜਾਣਾ, ਤਪ ਕਰਨਾ ਜਾਂ ਜੀਵਾਂ ਤੇ ਦਇਆ ਕਰਨੀ ਅਤੇ ਦਾਨ ਦੇਣਾ, ਇਹ ਸਭ ਕਰਮ ਕਰਕੇ ਜੋ ਫਲ ਮਿਲਦਾ ਹੈ, ਜੋ ਵਡਿਆਈ ਮਿਲਦੀ ਹੈ, ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹਦਾ ਫਲ ਜਾਂ ਮਾਣ ਤਿਲ ਜਿੰਨਾ ਹੁੰਦਾ ਹੈ। ਜੇ ਕੋ ਪਾਵੈ ਤਿਲ ਕਾ ਮਾਨ, ਭਾਵ ਜੋ ਇਹ ਧਾਰਮਿਕ ਕਰਮ ਕਰਕੇ ਮਾਨ सम्मान ਮਿਲਦਾ ਉਹ ਸਿਰਫ ਇੱਕ ਤਿਲ ਜਿੰਨਾ ਹੀ ਹੁੰਦਾ। ਤਿਲ ਗੁਰੂ ਪਿਆਰੋ ਬਹੁਤ ਛੋਟਾ ਅਨਾਜ ਦਾ ਇੱਕ ਦਾਣਾ ਹੈ। ਤਾਂ ਜਦ ਅਸੀਂ ਦਾਨ ਕਰਦੇ ਹਾਂ, ਦਇਆ ਕਰਦੇ ਹਾਂ ਤਾਂ ਮਨ ਖੁਸ਼ ਹੁੰਦਾ ਹੈ। ਕੁਝ ਪਲ ਮਨ ਆਨੰਦ ਵਿੱਚ ਆਉਂਦਾ ਹੈ, ਪਰ ਅਗਲੇ ਹੀ ਪਲ ਅਸੀਂ ਫਿਰ ਸ਼ੈਤਾਨ ਬਣ ਜਾਂਦੇ ਹਾਂ, ਫਿਰ ਵਿਕਾਰਾਂ ਵਿੱਚ ਫਸ ਜਾਂਦੇ ਹਾਂ। ਪਰ ਜੋ ਆਨੰਦ ਤੀਰਥ ਤੇ ਜਾਇਆ ਜਾਂ ਦਇਆ ਦੀ ਕਰਕੇ ਘੜੀ ਪਲ ਲਈ ਮਿਲਦਾ ਹੈ, ਇਹ ਆਨੰਦ ਜੇ ਸਦਾ ਲਈ ਬਣ ਜਾਏ, ਇਹ ਆਨੰਦ ਸਦਾ ਲਈ ਵੀ ਗੁਰੂ ਪਿਆਰਿਓ ਬਣ ਸਕਦਾ ਹੈ। ਉਹ ਕਿਵੇਂ? ਉਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤੀਰਥ ਤੇ ਜਾਣਾ ਹੈ ਪਰ ਆਪਣੇ ਅੰਦਰ ਦੇ ਤੀਰਥ ਤੇ ਜਾਣਾ ਹੈ, ਅੰਦਰ ਦੇ ਤੀਰਥ ਤੇ ਇਸ਼ਨਾਨ ਕਰਨਾ ਪੈਣਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ। ਬਾਹਰਲਾ ਮਾਨ ਸਤਿਕਾਰ ਪਾਉਣ ਲਈ ਇਨਸਾਨ ਬਾਹਰ ਹੱਥ ਪੈਰ ਮਾਰਦਾ, ਪਰ ਜਦ ਅੰਦਰ ਸਤਿਕਾਰ ਪਾਉਣ ਦੀ ਗੱਲ ਹੋਵੇ ਤਾਂ ਆਪਣੇ ਆਪ ਨੂੰ, ਆਪਣੇ ਅੰਦਰ ਨੂੰ ਸਵਾਰਨਾ ਪੈਂਦਾ, ਅੰਦਰਲੇ ਤੀਰਥ ਤੇ ਖੁਦ ਇਸ਼ਨਾਨ ਕਰਨਾ ਪੈਂਦਾ। ਪਰ ਗੁਰੂ ਪਿਆਰੋ, ਬਾਹਰ ਤੀਰਥ ਦਾ ਤਾਂ ਥਾਂ ਟਿਕਾਣਾ ਸਾਨੂੰ ਪਤਾ ਹੁੰਦਾ ਹੈ, ਪਰ ਅੰਦਰਲੇ ਤੀਰਥ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਕਿ ਉੱਥੇ ਕਿੰਜ ਜਾਣਾ। ਇਸ ਲਈ ਗੁਰੂ ਸਾਹਿਬ ਸਾਨੂੰ ਇੱਕ ਬੜਾ ਹੀ ਵਧੀਆ ਰਾਹ ਦੱਸਦੇ ਹਨ, ਜਿਸ ਰਾਹੀਂ ਅਸੀਂ ਮਨ ਦਾ ਇਸ਼ਨਾਨ ਕਰਵਾ ਸਕਦੇ ਹਾਂ, ਉਸ ਦੀ ਮੈਲ ਲਾ ਸਕਦੇ ਹਾਂ, ਉਸ ਨੂੰ ਸਵਾਰ ਸਕਦੇ ਹਾਂ। ਉਹ ਕਿਵੇਂ? ਉਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੁਣਿਆ ਮੰਨਿਆ ਮਨ ਕੀਤਾ ਭਾਵ, ਭਾਵ ਜਿਸ ਨੇ ਰੱਬੀ ਨਾਮ ਨੂੰ ਗੁਰੂ ਦੀ ਬਾਣੀ ਰਾਹੀਂ ਮਨ ਕਰਕੇ ਸੁਣਿਆ ਹੈ, ਫਿਰ ਸੁਣ ਕੇ ਉਸ ਨੂੰ ਮੰਨਿਆ ਹੈ ਅਤੇ ਮੰਨਿਆ ਵੀ ਪੂਰਾ ਭਾਵ ਨਾਲ ਹੈ, ਭਾਵ ਪਿਆਰ ਨਾਲ। ਜਿਸ ਨੇ ਰੱਬੀ ਗੁਣ ਗੁਰੂ ਦੀਆਂ ਸਿੱਖਿਆਵਾਂ ਨੂੰ ਮਨ ਅੰਦਰ ਵਸਾਇਆ ਹੈ, ਸਮਝੋ ਉਸਨੇ ਆਪਣੇ ਅੰਤਰਗਤ ਭਾਵ ਅੰਦਰਲੇ ਤੀਰਥ ਤੇ ਮਲ ਕੇ ਇਸ਼ਨਾਨ ਕਰ ਲਿਆ ਹੈ। ਗੁਰੂ ਪਿਆਰੋ, ਜਦ ਮਨ ਉੱਤੇ ਗੁਰੂ ਦਾ ਸ਼ਬਦ ਵਰਦਾ ਹੈ ਤਾਂ ਮਨ ਦੀ ਸਾਰੀ ਮੈਲ ਔਗਣ ਧੁੱਪ ਜਾਂਦੇ ਹਨ। ਇਸ ਤੀਰਥ ਤੇ ਨਾਤਿਆਂ ਨਾਮ ਨਾਲ ਧੋਤਿਆਂ ਮਨ ਸਾਫ਼ ਹੋ ਜਾਂਦਾ ਹੈ। ਮਨ ਅੰਦਰੋਂ ਮੈਲ ਭਾਵ ਵਿਕਾਰ ਦੂਰ ਹੋ ਜਾਂਦੇ ਹਨ ਅਤੇ ਜਦ ਮਨ ਅੰਦਰੋਂ ਮੈਲ ਦੂਰ ਹੋਵੇ, ਵਿਕਾਰ ਦੂਰ ਹੋਵਣ, ਫਿਰ ਕੀ ਹੁੰਦਾ ਹੈ? ਉਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤ ਦਾ ਭਾਵ ਹੈ ਭਗਤੀ। ਜਦ ਗੁਰੂ ਦੀ ਕਿਰਪਾ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ ਤਾਂ ਵਿਚਾਰਾਂ ਅੰਦਰ ਸ਼ੁੱਧਤਾ ਆਉਂਦੀ ਹੈ, ਮਨ ਰੱਬੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਪਰ ਮਨ ਪ੍ਰਾਪਤ ਕੀਤੇ ਕਿਸੇ ਵੀ ਗੁਣ ਦਾ, ਕਿਸੇ ਵੀ ਗਿਆਨ ਦਾ ਕੋਈ ਹੰਕਾਰ ਨਹੀਂ ਕਰਦਾ, ਬਲਕਿ ਮਨ ਤਾਂ ਨਿਮਰਤਾ ਅੰਦਰ ਰਹਿੰਦਾ ਹੈ ਅਤੇ ਕਹਿੰਦਾ ਹੈ ਕਿ ਹੇ ਮੇਰੇ ਮਾਲਕ, ਇਹ ਸਾਰੇ ਗੁਣ ਆਪ ਜੀ ਦੇ ਹਨ। ਜਿਵੇਂ ਕਮਰੇ ਅੰਦਰ ਪੈ ਰਹੀ ਰੋਸ਼ਨੀ ਮੇਰੀ ਨਹੀਂ ਸੂਰਜ ਦੀ ਹੈ, ਇਸ ਰੋਸ਼ਨੀ ਦਾ ਸੂਰਜ ਮਾਲਕ ਹੈ, ਮੈਂ ਨਹੀਂ। ਇੰਜ ਹੀ ਮੇਰੇ ਅੰਦਰ ਜੋ ਗੁਣਾਂ ਦੀ ਰੋਸ਼ਨੀ ਪੈ ਰਹੀ ਹੈ ਉਹ ਰੋਸ਼ਨੀ ਮਾਲਕ ਦੀ ਹੈ। ਇਹ ਗੁਣ ਮਾਲਕ ਦੇ ਹਨ, ਮੇਰੇ ਨਹੀਂ। ਮੇਰੇ ਅੰਦਰ ਰੱਬੀ ਗੁਣ ਆਏ ਹਨ, ਇਹ ਰੱਬ ਦੀ ਕਿਰਪਾ ਹੈ, ਇਹ ਉਸ ਦੀ ਰਹਿਮਤ ਹੈ। ਇਸ ਲਈ ਹੇ ਮੇਰੇ ਮਾਲਕ, ਸਾਰੇ ਹੀ ਗੁਣ ਆਪ ਦੇ ਹਨ, ਮੈਂ ਨਾਹੀਂ ਕੋਈ, ਮੇਰਾ ਕੋਈ ਗੁਣ ਨਹੀਂ। ਗੁਣ ਜਿੰਨੇ ਵੀ ਹਨ ਆਪ ਦੇ ਹਨ ਅਤੇ ਇਹ ਗੁਣ ਹੀ ਭਗਤੀ ਦਾ ਮਾਰਗ ਹਨ। ਗੁਣ ਹੋਵਣ ਤਾਂ ਹੀ ਭਗਤੀ ਹੋ ਸਕਦੀ ਹੈ। ਭਗਤ ਤਾਂ ਕਹਿੰਦੇ ਹੀ ਉਸ ਨੂੰ ਹਨ ਜਿਸ ਅੰਦਰ ਗੁਣ ਹੋਵਣ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੋ ਸਕਦੀ। ਇਸ ਲਈ ਹੇ ਮੇਰੇ ਮਾਲਕ, ਮੈਨੂੰ ਆਪਣੇ ਗੁਣ ਬਖਸ਼ੋ, ਆਪਣਾ ਨਾਮ ਬਖਸ਼ੋ, ਪਰ ਕਦੇ ਵੀ ਗੁਣਾਂ ਦਾ ਹੰਕਾਰ ਨਾ ਹੋਣ ਦੇਣਾ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੋ ਅਸਤ ਆਥ ਬਾਣੀ ਬਰਮਾਓ
ਸਤ ਸੁਹਾਣ ਸਦਾ ਮਨ ਚਾਓ। ਸੋ ਅਸਤ ਭਾਵ ਹੈ ਜੈ ਹੋਵੇ, ਤੂੰ ਸਦਾ ਅਟਲ ਹੈ। ਆਥ ਦਾ ਭਾਵ ਹੈ ਮਾਇਆ। ਗੁਰੂ ਪਿਆਰੋ, ਜਦ ਮਨ ਰੱਬੀ ਨਾਮ ਅੰਦਰ ਭਿੱਜ ਜਾਂਦਾ ਹੈ, ਨਿਮਰਤਾ ਅੰਦਰ ਆਉਂਦਾ ਹੈ, ਤਾਂ ਮਨ ਦਾ ਅਕਾਲ ਪੁਰਖ ਨਾਲ ਅਤੇ ਅਕਾਲ ਪੁਰਖ ਦੀ ਕੁਦਰਤ ਨਾਲ ਅਥਾਹ ਪਿਆਰ ਪੈ ਜਾਂਦਾ ਹੈ। ਉਸ ਨੂੰ ਹਰ ਪਾਸੇ ਬਸ ਉਹੀ ਇੱਕ ਨਜ਼ਰੀ ਪੈਂਦਾ ਹੈ। ਤਾਂ ਗੁਰੂ ਸਾਹਿਬ ਇਸ ਪੰਕਤੀ ਰਾਹੀਂ ਫਰਮਾਉਂਦੇ ਹਨ ਕਿ ਹੇ ਨਿਰੰਕਾਰ ਜੀਓ, ਤੁਸੀਂ ਹੀ ਹਰ ਪਾਸੇ ਹੋ, ਤੁਹਾਡੀ ਸਦਾ ਹੀ ਜੈ ਹੋਵੇ। ਤੁਸੀਂ ਆਪ ਹੀ ਮਾਇਆ ਹੋ, ਆਪ ਹੀ ਬਾਣੀ ਹੋ, ਆਪ ਹੀ ਬ੍ਰਹਮਾ ਹੋ। ਭਾਵ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤਾਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ। ਸਭ ਕੁਝ ਤੁਸੀਂ ਆਪ ਹੀ ਹੋ, ਆਪ ਹੀ ਸਭ ਬਣਾਉਣ ਵਾਲੇ ਹੋ, ਆਪ ਹੀ ਕਰਤਾ ਹੋ, ਕਰਤਾਰ ਹੋ ਅਤੇ ਆਪ ਹੀ ਸਤ ਹੋ। ਭਾਵ ਸਦਾ ਥਿਰ ਰਹਿਣ ਵਾਲੇ ਹੋ। ਸੁਹਾਣ ਭਾਵ ਤੁਸੀਂ ਸੋਹਣੇ ਹੋ। ਤੁਹਾਡੇ ਮਨ ਵਿੱਚ ਸਦਾ ਚਾਉ ਹੈ, ਖਿੜਾਓ ਹੈ। ਸੋ ਮਨ ਇੰਜ ਮਾਲਕ ਨੂੰ ਸਲਾਹੁੰਦਾ ਹੈ, ਸਿਫਤ ਕਰਦਾ ਹੈ, ਜੋ ਦੇਖਦਾ ਹੈ ਉਸ ਨੂੰ ਬਿਆਨਦਾ ਹੈ। ਇਸ ਤੋਂ ਬਾਅਦ ਇਸ ਪੌੜੀ ਅੰਦਰ ਕੁਝ ਐਸੇ ਸਵਾਲ ਹਨ ਜੋ ਜਗਤ ਦੇ ਨਿਰਮਾਣ ਬਾਰੇ ਹਨ ਕਿ ਜਗਤ ਕਦੋਂ ਬਣਿਆ, ਕਿਸ ਦਿਨ ਬਣਿਆ। ਗੁਰੂ ਪਿਆਰਿਓ, ਸਤਿਗੁਰ ਦੀ ਕਿਰਪਾ ਨਾਲ ਜੋ ਮਨ ਨਿਮਰਤਾ ਨਾਲ ਭਰਿਆ ਹੈ, ਰੱਬੀ ਗੁਣਾਂ ਨਾਲ ਭਰਿਆ ਹੈ, ਉਹ ਤਾਂ ਜਾਣਦਾ ਹੈ ਕਿ ਇਸ ਜਗਤ ਨੂੰ ਪੂਰਾ ਜਾਣਿਆ ਨਹੀਂ ਜਾ ਸਕਦਾ, ਕਿਉਂਕਿ ਇਸ ਦਾ ਫੈਲਾਅ ਬਹੁਤ ਜ਼ਿਆਦਾ ਹੈ ਅਤੇ ਸਾਡੀਆਂ ਬਾਹਾਂ ਬਹੁਤ ਛੋਟੀਆਂ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਰੁਤੀ ਮਾਹ ਕਵਣ ਜਿਤ ਹੋਵਾ ਆਕਾਰ। ਕਵਣ ਭਾਵ ਕਿਹੜਾ ਜਾਂ ਕੌਣ। ਗੁਰੂ ਸਾਹਿਬ ਪਹਿਲਾਂ ਸਵਾਲ ਰੱਖਦੇ ਹਨ ਜੋ ਆਮ ਹੀ ਹਰ ਮਨ ਅੰਦਰ ਉੱਠਦੇ ਹਨ ਕਿ ਉਹ ਕਿਹੜਾ ਵੇਲਾ ਸੀ, ਉਹ ਕਿਹੜਾ ਵਕਤ ਸੀ, ਉਹ ਕਿਹੜੀ ਥਿਤ ਸੀ, ਉਹ ਕਿਹੜਾ ਮਹੀਨਾ ਸੀ, ਉਹ ਕਿਹੜਾ ਵਾਰ ਸੀ, ਉਹ ਕਿਹੜੀ ਰੁੱਤ ਸੀ ਜਦੋਂ ਇਹ ਸਾਰਾ ਆਕਾਰ ਪੈਦਾ ਹੋਇਆ, ਜਦੋਂ ਇਹ ਬ੍ਰਹਿਮੰਡ ਬਣਿਆ, ਉਹ ਕਦੋਂ ਤੇ ਕਿਸ ਦਿਨ ਬਣਿਆ। ਉਸ ਬਾਰੇ ਇਹ ਸਵਾਲ ਹੈ। ਗੁਰੂ ਪਿਆਰੋ, ਇਸ ਬਾਰੇ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਰਾਏ ਹੋ ਸਕਦੀ ਹੈ, ਪਰ ਗੁਰੂ ਸਾਹਿਬ ਇਸ ਦੇ ਜਵਾਬ ਅੰਦਰ ਫਰਮਾਉਂਦੇ ਹਨ ਕਿ ਵੇਲ ਨਾ ਪਾਈਆਂ ਪੰਡਤੀ ਜੈ ਹੋਵੇ ਲੇਖ ਪੁਰਾਨ। ਅਕਾਲ ਪੁਰਖ ਨੇ ਜਦ ਇਹ ਸਭ ਆਕਾਰ ਬਣਾਇਆ, ਦੁਨੀਆ ਨੂੰ ਵਸਾਇਆ, ਇਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਕਿਸੇ ਨੂੰ ਪਤਾ ਹੁੰਦਾ ਇਹ ਕਦੋਂ ਬਣਿਆ ਤਾਂ ਉਹ ਜ਼ਰੂਰ ਆਪਣੇ ਕਿਸੇ ਨਾ ਕਿਸੇ ਧਾਰਮਿਕ ਗ੍ਰੰਥ ਅੰਦਰ ਜ਼ਰੂਰ ਦਰਜ ਕਰਦਾ। ਜਿਵੇਂ ਵੇਲ ਭਾਵ ਵੇਲਾ, ਵੇਲ ਨਾ ਪਾਈਆਂ ਪੰਡਤੀ ਭਾਵ ਪੜ੍ਹੇ ਲਿਖੇ ਵਿਦਵਾਨਾਂ ਨੂੰ, ਪੰਡਤਾਂ ਨੂੰ ਵੀ ਉਸ ਵੇਲੇ ਦੀ ਸਾਰ ਨਾ ਪਈ ਜਦ ਆਕਾਰ ਬਣਿਆ। ਜੇ ਕੋਈ ਗੱਲ ਪਤਾ ਹੁੰਦੀ ਤਾਂ ਉਸ ਬਾਰੇ ਜ਼ਰੂਰ ਕੋਈ ਨਾ ਕੋਈ ਲੇਖ ਪੁਰਾਣ ਆਦਿ ਗ੍ਰੰਥ ਅੰਦਰ ਲਿਖਿਆ ਹੁੰਦਾ। ਇੰਜ ਹੀ ਮੁਸਲਮ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵਖਤ ਨਾ ਪਾਇਓ ਕਾਦੀਆਂ ਜੈ ਲਿਖਣ ਲੇਖ ਕੁਰਾਨ। ਭਾਵ ਜੀ ਗੱਲ ਕੁਰਾਨ ਦੀ ਕਰੀਏ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਵੇਂ ਵੇਲ ਭਾਵ ਵੇਲੇ ਦਾ, ਸਮੇਂ ਦਾ ਪੰਡਤਾਂ ਨੂੰ ਨਾ ਪਤਾ ਲੱਗਾ, ਇੰਜ ਵਕਤ ਦਾ ਭਾਵ ਵਕਤ ਦਾ, ਸਮੇਂ ਦਾ ਕਦ ਆਕਾਰ ਬਣਿਆ ਉਸ ਬਾਰੇ ਕਾਜ਼ੀਆਂ ਨੂੰ ਵੀ ਖਬਰ ਨਾ ਲੱਗੀ। ਨਹੀਂ ਤਾਂ ਉਹਨਾਂ ਨੇ ਵੀ ਕੋਈ ਨਾ ਕੋਈ ਲੇਖ ਇਸ ਬਾਰੇ ਜ਼ਰੂਰ ਲਿਖ ਦੇਣਾ ਸੀ, ਕੋਈ ਨਾ ਕੋਈ ਆਇਤ ਜ਼ਰੂਰ ਕੁਰਾਨ ਅੰਦਰ ਲਿਖ ਦੇਣੀ ਸੀ ਕਿ ਇਸ ਵਾਰ ਰੁੱਤ ਜਾਂ ਸਮੇਂ ਅੰਦਰ ਇਹ ਆਕਾਰ ਜਾਂ ਜਗਤ ਬਣਿਆ। ਇਸ ਤੋਂ ਬਾਅਦ ਉਸ ਵੇਲੇ ਦੀ ਜੋ ਤੀਜੀ ਧਿਰ ਜੋਗੀ ਸਨ, ਜੋ ਬਹੁਤ ਪਹੁੰਚੇ ਹੋਏ ਸਨ, ਉਹਨਾਂ ਬਾਰੇ ਵੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ। ਪਹਿਲਾਂ ਸਮੇਂ ਬਾਰੇ ਗੁਰੂ ਨੇ ਦੱਸਿਆ ਕੋਈ ਨਹੀਂ ਜਾਣਦਾ, ਵਕਤ ਬਾਰੇ ਕਿਸੇ ਨੂੰ ਨਹੀਂ ਪਤਾ। ਉਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੇ ਤਿਤ ਦੀ ਗੱਲ ਕਰੀਏ ਜਾਂ ਵਾਰ ਦੀ, ਕਿਸ ਦਿਨ ਸੰਸਾਰ ਬਣਿਆ, ਤਾਂ ਇਸ ਬਾਰੇ ਜੋਗੀ ਵੀ ਕੁਝ ਨਹੀਂ ਜਾਣਦਾ, ਨਹੀਂ ਤਾਂ ਉਹ ਵੀ ਇਸ ਬਾਰੇ ਕੁਝ ਨਾ ਕੁਝ ਦੱਸ ਦਿੰਦੇ। ਇੱਥੇ ਕਿਸੇ ਨੂੰ ਨਹੀਂ ਪਤਾ ਕਿ ਕਿਹੜੀ ਰੁੱਤੇ ਜਾਂ ਕਿਹੜੇ ਮਹੀਨੇ ਇਹ ਜਗਤ ਬਣਿਆ। ਗੁਰੂ ਪਿਆਰੋ, ਜਦ ਜਗਤ ਬਣਿਆ ਲਗਭਗ ਬਹੁਤ ਸਾਰੇ ਧਰਮ ਮੰਨਦੇ ਹਨ ਕਿ ਇਹ ਮਾਲਕ ਨੇ ਬਣਾਇਆ। ਪਹਿਲੀ ਗੱਲ ਤੇ ਇਹ ਮਾਲਕ ਨੇ ਬਣਾਇਆ। ਇਸ ਨੂੰ ਕਿਸੇ ਆਵਾਜ਼, ਜਿਸ ਨੂੰ ਸ਼ਬਦ, ਵਾਕ ਜਾਂ ਬਿਗ ਬੈਂਗ ਵੀ ਕਿਹਾ ਜਾਂਦਾ ਹੈ, ਉੱਥੋਂ ਜਗਤ ਦੀ ਸ਼ੁਰੂਆਤ ਹੋਈ। ਇਹ ਤਾਂ ਦੱਸਿਆ ਜਾ ਸਕਦਾ ਹੈ ਕਿ ਕਿੰਜ ਸ਼ੁਰੂਆਤ ਹੋਈ, ਪਰ ਕਦੋਂ ਹੋਈ, ਉਹ ਕਿਹੜਾ ਦਿਨ ਸੀ, ਉਹ ਕਿਹੜੀ ਰੁੱਤ ਸੀ, ਉਹ ਕਿਹੜਾ ਵਾਰ ਸੀ, ਇਸ ਬਾਰੇ ਕੋਈ ਨਹੀਂ ਜਾਣਦਾ। ਫਿਰ ਉਹ ਕੌਣ ਹੈ ਜੋ ਸਭ ਜਾਣਦਾ ਹੈ? ਉਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਬੁਝਾਰਤ ਨੂੰ ਸਿਰਫ ਤੇ ਸਿਰਫ ਕਰਤਾ ਹੀ ਜਾਣਦਾ ਹੈ। ਭਾਵ ਉਹ ਕਰਤਾ ਪੁਰਖ ਜਿਸ ਨੇ ਜਗਤ ਨੂੰ ਬਣਾਇਆ, ਜਿਸ ਨੇ ਸਿਰਠੀ ਨੂੰ ਸਾਜਿਆ, ਜਿਸ ਨੇ ਇਸ ਜਗਤ ਨੂੰ ਵੱਖ-ਵੱਖ ਰੰਗਾਂ ਨਾਲ ਸ਼ਿੰਗਾਰਿਆ ਹੈ, ਸਿਰਫ ਉਹ ਸਿਰਜਣਹਾਰ ਹੀ ਜਾਣਦਾ ਹੈ ਕਿ ਇਸ ਨੂੰ ਕਦੋਂ ਸਾਜਿਆ ਹੈ
ਆਪੇ ਜਾਣੈ ਸੋਈ ਉਹੀ ਜਾਣਦਾ ਹੈ ਜਿਸਨੇ ਬਣਾਇਆ ਹੈ। ਹੋਰ ਕੋਈ ਤਾਂ ਸਿਰਫ ਅੰਦਾਜ਼ੇ ਹੀ ਲਾ ਸਕਦਾ ਹੈ, ਪਰ ਪੂਰਾ ਸੱਚ ਤਾਂ ਸੱਚਾ ਮਾਲਕ ਹੀ ਜਾਣਦਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਿਵ ਕਰ ਆਖਾਂ ਕਿਵ ਸਾ ਲਾਹੇ, ਕਿਉਂ ਵਰਨੀ ਕਿਵ ਜਾਣਾ। ਗੁਰੂ ਪਿਆਰੋ, ਸੂਰਜ, ਚੰਨ, ਤਾਰੇ, ਕਿੰਨੇ ਸਾਰੇ ਫੁੱਲ, ਹਰੀ ਭਰੀ ਕੁਦਰਤ, ਇਸ ਜਹਾਨ ਅੰਦਰ ਕਿੰਨਾ ਕੁਝ ਮਾਲਕ ਨੇ ਦਿੱਤਾ ਹੈ, ਪਰ ਇਸ ਨੂੰ ਵੇਖਣ ਦਾ ਸਮਾਂ ਸਿਰਫ ਉਹੀ ਕੱਢ ਪਾਉਂਦਾ ਹੈ, ਜਾਂ ਆਨੰਦ ਮਾਣਨ ਦਾ ਸਮਾਂ ਉਹੀ ਕੱਢਦਾ ਹੈ ਜਿਸ ਅੰਦਰ ਉਸ ਦੀ ਲਗਨ ਲੱਗ ਜਾਏ, ਜਿਸ ਨੂੰ ਕੁਦਰਤ ਅੰਦਰ ਉਸ ਦੇ ਦੀਦਾਰ ਹੋਣ ਲੱਗ ਪੈਣ, ਤੇ ਜਿਸ ਨੂੰ ਹਰ ਪਾਸੇ ਉਹ ਆਪ ਨਜ਼ਰੀ ਪੈਂਦਾ ਹੈ ਕਿ ਇਹ ਸਾਰੀ ਕੁਦਰਤ, ਇਹ ਸਾਰੀ ਕਾਇਨਾਤ, ਇਹ ਸਾਰਾ ਜਗਤ, ਇਹ ਸਭ ਕੁਝ ਮਾਲਕ ਆਪ ਹੀ ਹੈ। ਉਹ ਮਨ ਫਿਰ ਆਪ ਕਹਿ ਉੱਠਦਾ ਹੈ ਕਿ ਰੱਬਾ, ਮੈਂ ਕਿਵੇਂ ਤੁਹਾਡੀ ਸਿਫਤ ਕਰਾਂ, ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ ਸਲਾਹ ਗੁਣ ਗਾਵਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦਾ ਵਰਣਨ ਕਰਾਂ, ਅਤੇ ਕਿਸ ਤਰ੍ਹਾਂ ਉਸ ਇੱਕ ਨੂੰ ਸਮਝਾਂ ਜੋ ਹਰੇਕ ਅੰਦਰ ਸਮਾਇਆ ਹੋਇਆ ਹੈ, ਜੋ ਹਰੇਕ ਪਾਸੇ ਹੈ, ਜਿਸ ਦਾ ਵਾਸ ਹਰੇਕ ਅੰਦਰ ਹੈ। ਇਸ ਸਵਾਲ ਦਾ ਬੜਾ ਹੀ ਸੋਹਣਾ ਜਵਾਬ ਗੁਰੂ ਸਾਹਿਬ ਨਾਲ ਹੀ ਫਰਮਾਉਂਦੇ ਹਨ ਕਿ ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਹਿਣ ਨੂੰ ਤਾਂ ਰੋਜ਼ ਰੱਬ ਦੀਆਂ ਸਿਫਤਾਂ ਹਰ ਜਗ੍ਹਾ ਹੁੰਦੀਆਂ ਹਨ, ਹਰ ਰੋਜ਼ ਧਾਰਮਿਕ ਸਥਾਨਾਂ ਤੇ ਅਕਾਲ ਪੁਰਖ ਪਰਮਾਤਮਾ ਦਾ ਗੁਣਗਾਨ ਹੁੰਦਾ ਹੈ, ਅਤੇ ਹਰ ਕੋਈ ਇੱਕ ਦੂਜੇ ਤੋਂ ਵੱਧ ਕੇ ਗਿਆਨ ਦਿੰਦਾ ਹੈ, ਆਪਣੇ ਆਪ ਨੂੰ ਵੱਧ ਤੋਂ ਵੱਧ ਸਿਆਣਾ ਸਮਝ ਕੇ ਅਕਾਲ ਪੁਰਖ ਦੇ ਭੇਤ ਦਿੰਦਾ ਹੈ। ਕਹਿਣ ਤੋਂ ਭਾਵ ਕਿ ਕਹਿਣ ਨੂੰ ਤਾਂ ਬਹੁਤ ਲੁਕਾਏ ਨਿਰੰਕਾਰ ਬਾਰੇ ਦੱਸਦੀ ਹੈ, ਪਰ ਉਹ ਦੱਸ ਕੇ ਵੀ ਪੂਰਾ ਦੱਸ ਨਹੀਂ ਸਕਦੇ, ਕਿਉਂਕਿ ਇੱਕ ਮੱਛੀ ਕਿੰਜ ਦੱਸੇ ਕਿ ਸਮੁੰਦਰ ਕਿੰਨਾ ਵੱਡਾ ਹੈ, ਇੱਕ ਨਿੱਕਾ ਜਿਹਾ ਇਨਸਾਨ ਕਿਵੇਂ ਬ੍ਰਹਿਮੰਡਾਂ ਨੂੰ ਬਣਾਉਣ ਵਾਲੇ ਬਾਰੇ ਪੂਰਾ ਦੱਸ ਸਕਦਾ ਹੈ। ਉਹ ਸਿਰਫ ਉਨਾ ਹੀ ਦੱਸੇਗਾ ਜਿੰਨਾ ਕੋ ਅਜੇ ਜਾਣਿਆ ਹੈ, ਅਤੇ ਜਿੰਨਾ ਅਸੀਂ ਜਾਣਿਆ ਹੈ ਉਹ ਇੱਕ ਤਿਲ ਜਿੰਨਾ ਵੀ ਨਹੀਂ ਹੈ। ਅਕਾਲ ਪੁਰਖ ਤਾਂ ਬਹੁਤ ਹੀ ਮਹਾਨ ਹੈ, ਬਹੁਤ ਦੂਰ ਤੱਕ ਫੈਲਿਆ ਹੈ, ਇਸ ਲਈ ਉਸਨੇ ਕਦੋਂ ਜਗਤ ਬਣਾਇਆ ਉਸ ਬਾਰੇ ਵੀ ਉਹ ਖੁਦ ਹੀ ਜਾਣਦਾ ਹੈ, ਅਤੇ ਉਹ ਖੁਦ ਕਿੰਨਾ ਵੱਡਾ ਹੈ ਉਸ ਬਾਰੇ ਵੀ ਉਹ ਆਪ ਹੀ ਜਾਣਦਾ ਹੈ। ਜਿਵੇਂ ਕਿ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ। ਅਕਾਲ ਪੁਰਖ ਦੇ ਰੰਗ ਵਿੱਚ ਰੰਗਿਆ ਮਨ ਤਾਂ ਇਹੀ ਕਹਿੰਦਾ ਹੈ ਕਿ ਉਹ ਸਾਹਿਬ ਵੱਡਾ ਹੈ, ਸਭ ਤੋਂ ਵੱਡਾ ਹੈ, ਉਹ ਸਭ ਦਾ ਕਰਤਾ ਹੈ, ਉਸ ਦੀ ਵਡਿਆਈ ਸਭ ਤੋਂ ਵੱਡੀ ਹੈ। ਹੋਰ ਸਾਰੀਆਂ ਵਡਿਆਈਆਂ ਉਸ ਅੱਗੇ ਫਿੱਕੀਆਂ ਪੈ ਜਾਂਦੀਆਂ ਹਨ, ਅਤੇ ਇਸ ਜਗਤ ਅੰਦਰ ਜੋ ਵੀ ਕੁਝ ਹੋ ਰਿਹਾ ਹੈ ਉਸ ਦੇ ਹੁਕਮ ਅੰਦਰ ਹੋ ਰਿਹਾ ਹੈ, ਉਸ ਦਾ ਕੀਤਾ ਹੋ ਰਿਹਾ ਹੈ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਰੱਬ ਨੇ ਇਹ ਕੰਢੇ ਕਿਉਂ ਬਣਾਏ, ਰੁੱਖ ਕਿਉਂ ਬਣਾਏ, ਜਾਂ ਭੈੜੇ ਲੋਕ ਕਿਉਂ ਬਣਾਏ, ਕੋਈ ਚੀਜ਼ ਵੱਡੀ ਜਾਂ ਛੋਟੀ ਕਿਉਂ ਬਣਾਈ, ਪਰ ਗੁਰੂ ਪਿਆਰੋ, ਹਰੇਕ ਦਾ ਇੱਥੇ ਹੋਣ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਉਹ ਕਾਰਨ ਸਾਨੂੰ ਹੁਕਮ ਅੰਦਰ ਚੱਲਿਆ ਹੀ ਪਤਾ ਲੱਗਦਾ ਹੈ। ਤਾਂ ਅੰਤ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਨਕ ਜੇ ਕੋ ਆਪੂ ਜਾਣੈ, ਅੱਗੇ ਗਿਆ ਨਾ ਸੋ ਹੈ। ਗੁਰੂ ਸਾਹਿਬ ਅੰਤ ਵਿੱਚ ਫਰਮਾਉਂਦੇ ਹਨ ਕਿ ਮਨੁੱਖ ਨੂੰ ਕੁਦਰਤ ਬਾਰੇ ਜਾਣਨਾ ਚਾਹੀਦਾ ਹੈ, ਜਿੰਨਾ ਜਾਣੋ ਚੰਗਾ ਹੈ, ਪਰ ਜੇ ਕੋਈ ਕਹੇ ਕਿ ਮੈਂ ਪੂਰਾ ਜਾਣ ਲਿਆ ਹੈ ਤਾਂ ਉਸ ਨੂੰ ਸਿਆਣਾ ਨਹੀਂ ਕਿਹਾ ਜਾ ਸਕਦਾ। ਇੰਝ ਹੀ ਰੱਬ ਬਾਰੇ ਜਿੰਨਾ ਜਾਣਨਾ ਚਾਹੋ ਜਾਣੋ, ਜਾਣਨਾ ਚੰਗਾ ਹੈ, ਪਰ ਜੇ ਕੋਈ ਕਹੇ ਕਿ ਮੈਂ ਉਸ ਦਾ ਅੰਤ ਪਾ ਲਿਆ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਅੱਗੇ ਗਿਆ ਕਦੇ ਆਦਰ ਨਹੀਂ ਪਾਉਂਦਾ, ਕਿਉਂਕਿ ਗੱਲ ਭਾਵੇਂ ਕੁਦਰਤ ਦੀ ਹੋਵੇ ਜਾਂ ਕੁਦਰਤ ਨੂੰ ਪੈਦਾ ਕਰਨ ਵਾਲੇ ਦੀ, ਗੱਲ ਭਾਵੇਂ ਬ੍ਰਹਿਮੰਡ ਦੀ ਹੋਵੇ ਜਾਂ ਇਸ ਨੂੰ ਜਨਮ ਦੇਣ ਵਾਲੇ ਸਿਰਜਣਹਾਰ ਅਕਾਲ ਪੁਰਖ ਦੀ, ਨਾ ਅਕਾਲ ਪੁਰਖ ਦਾ ਕੋਈ ਅੰਤ ਪਾਇਆ ਜਾ ਸਕਦਾ ਹੈ, ਨਾ ਅਕਾਲ ਪੁਰਖ ਵੱਲੋਂ ਸਿਰਜੇ ਜਗਤ ਦਾ ਇਨਸਾਨ ਮੁੱਕ ਜਾਂਦਾ ਹੈ, ਪਰ ਉਸ ਮਾਲਕ ਦਾ ਕੋਈ ਅੰਤ ਨਹੀਂ, ਉਸ ਦੀ ਕੁਦਰਤ ਦਾ ਕੋਈ ਅੰਤ ਨਹੀਂ। ਜਿੰਨਾ ਖੋਜੋਗੇ ਉਨਾ ਪਾਓਗੇ, ਪਰ ਜੇ ਕੋਈ ਕਹੇ ਕਿ ਮੈਂ ਅੰਤ ਪਾ ਰਿਹਾ ਹੈ ਤਾਂ ਉਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਨਾਨਕ, ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਉਣ ਦਾ ਯਤਨ ਕਰੇ, ਉਹ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ। ਤਾਂ ਗੁਰੂ ਪਿਆਰੋ, ਇਹ ਸੀ 21ਵੀਂ ਪੌੜੀ ਦੇ ਵਿਚਾਰ, ਜਿਸ ਅੰਦਰ ਗੁਰੂ ਸਾਹਿਬ ਨੇ ਬਹੁਤ ਸੋਹਣੇ ਢੰਗ ਨਾਲ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਸਾਨੂੰ ਸੋਹਣੀਆਂ ਤੇ ਗਿਆਨ ਭਰਪੂਰ ਵਿਚਾਰਾਂ ਨਾਲ ਸੱਚੇ ਮਾਲਕ ਨਾਲ ਜੋੜਿਆ। ਇਸ ਤੋਂ ਬਾਅਦ 22ਵੀਂ ਪੌੜੀ ਦੇ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਇਸੇ ਤਰ੍ਹਾਂ ਸਮਝਣ ਦਾ ਯਤਨ ਕਰਾਂਗੇ। ਅੰਤ ਵਿੱਚ ਇਸ ਪੌੜੀ ਨੂੰ ਵਿਚਾਰਦੇ ਹੋਈਆਂ ਗਲਤੀਆਂ ਦੀ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ, ਅਤੇ ਗੁਰੂ ਸਾਹਿਬ ਦਾ ਇਸ ਵਿਚਾਰ ਨੂੰ ਸਮਝਾਉਣ ਲਈ ਵਾਰ-ਵਾਰ ਧੰਨਵਾਦ ਕਰਦਾ ਹਾਂ। ਇਸ ਵਿਚਾਰ ਨੂੰ ਸੁਣਨ ਲਈ ਆਪ ਸਭ ਸੰਗਤ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।